परम सत्कारयोग सतगुरां दी साजी निवाजी गुरु रूप प्यारी गुरु सवारी साध संगत जी। परमेश्वर ने महान बख्शिश की है जो कि अंमृत वेले का नितनेम बख्शिश किया है। मनुखता दे जितने जीवन दे ढंग ने इन्हां दे विच एक विलक्षणता वाला जीवन है कि हर एक मनुख दा ये जीवन नहीं हुंदा कि जिहड़े नितनेम कर्म अनुसार परमेश्वर दी बंदगी दे विच जुड़ बैठते हैं। कुछ गुरमुख जन हैं, कुछ अपने मन के मगर लग के कर्म करन वाले जिन्हां नूं मनमुख कहा गया। गुरु दे हुक्म दे अनुसार अपना जीवन बतीत करना उन्हां नूं गुरमुख जन कहते हैं। अपने ही मन दे अंदर मन दे आखे लग के कर्म करना उन्हां नूं मनमुख कहते ने। जिहड़े प्राणी दा गुरमुखां वाला जीवन है, ऐसे प्राणियां दी अवस्था जिहड़ी है वो बहुत उच्ची अते सुच्ची हुंदी है। मनुखता दा जीवन तकरीबन 3 गल्लां ते निर्भर रहिंदा है। प्रथम माँ बाप, दूसरा उसकी संगत कैसी है, तीसरा तालीम उसकी विद्या कैसी है। प्रथम माँ और बाप और संगत, तालीम, पाप विद्या, ये तीनों गल्लां ते मनुखता दा निर्भर जीवन जिहड़ा है वो ज़्यादा रहिंदा है। प्रथम ते पहले माँ और बाप ने। गुरबाणी दे अंदर सतगुरु महाराज जी ने बड़े खुले शब्दां दे विच इन्हां तिन्नां दी गल कीती है तां कि जिहड़ा मनुख समाज विच आया गुरबाणी नूं पढ़ रहा है, गुरबाणी नूं सुणदा है, सतगुरां दे नाल जुड़िया है, ਉਹਨੂੰ जीवन दे अंदर किसी भी प्रकार की दुविधा उसके अंदर ना पैदा होवे। अगरवाइज जे पैदा हुई है, जे उसके अंदर दुविधा पैदा हुई है तो जिमें जिमें सतगुरां दी गुरबाणी नूं पढ़दा है, गुरबाणी नूं सुणदा है, ये सारी दी सारी दुविधा परमेश्वर उसके अंदरों कढ़ दिंदे हैं। प्रथम माँ बाप, सब तो पहला सतगुरु महाराज जी ने माँ की गल की है। भारत दे
ਜਿੰਨੇ ਪੈਗੰਬਰੀ ਪੁਰਖ ਹੋਏ ਨੇ, ਰਿਖੀ ਮੁਨੀ ਹੋਏ ਨੇ ਹਨ, ਸਭ ਨੇ ਮਾਂ ਦੇ ਉੱਪਰ ਬੜੇ ਸ਼ਬਦ ਲਿਖੇ ਨੇ। ਨਿਮਰਤਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਾਂ ਦੀ ਪਰਥਾਏ ਬਚਨ ਉਚਾਰਨ ਕਰਦੇ ਨੇ। ਜਿਨ ਹਰ ਹਿਰਦੈ ਨਾਮ ਨ ਵਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਣੀ ਦੇਹ ਫਿਰੈ ਬਿਨ ਨਾਵੈ, ਓਏ ਖਪ ਖਪ ਮੋਏ ਕਰਾਂਝਾ। ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸਤਿ ਸ਼ਬਦ ਦੀ ਵਰਤੋਂ ਕਰਦੇ ਨੇ ਕਿ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦਾ ਨਾਮ ਜਿਨ੍ਹਾਂ ਨੇ ਨਹੀਂ ਜਪਿਆ, ਐਸੀ ਮਾਂ ਨੂੰ ਤੇ ਸੰਸਾਰ ਦੇ ਵਿੱਚੋਂ ਬਾਂਝ ਰਹਿ ਜਾਣਾ ਸੀ। ਇਹਨੇ ਪੁੱਤਰ ਨੂੰ ਜਨਮ ਹੀ ਕਿਉਂ ਦੇਣਾ ਸੀ? ਕਿਉਂ ਐਸੇ ਪੁੱਤਰ ਨੂੰ, ਜਿਹੜਾ ਤੇਰਾ ਪੁੱਤਰ ਧਰਤੀ ਦਾ ਬੋਝ ਬਣ ਗਿਆ, ਐਸੇ ਨੂੰ ਜਨਮ ਕਿਉਂ ਦਿੱਤਾ? ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਬਚਨ ਉਚਾਰਨ ਕਰਦੇ ਨੇ, ਜਿਨ ਹਰ ਹਿਰਦੈ ਨਾਮ ਨ ਵਸਿਓ, ਤਿਨ ਮਾਤ ਕੀਜੈ ਹਰ ਬਾਂਝਾ। ਇੱਥੇ ਵਸਣੀ ਹੈ। ਮਾਂ ਦੀ ਪਰਥਾਏ ਭਗਤ ਕਬੀਰ ਜੀਆਂ ਨੇ ਵੀ ਬਚਨ ਉਚਾਰਨ ਕੀਤੇ ਨੇ। ਜਿਹ ਕੁਲ ਪੂਤ ਨ ਗਿਆਨ ਵਿਚਾਰੀ, ਵਿਧਵਾ ਕਸ ਨ ਪਈ ਮਹਿਤਾਰੀ। ਕਿਉਂਕਿ ਗੁਰਬਾਣੀ ਦੇ ਵਿੱਚ ਬਕਾਇਦਾ ਸਤਿਗੁਰਾਂ ਨੇ ਲਿਖਿਆ ਹੈ, ਬੋਲਣ ਦੇ ਵਿੱਚ ਕੋਈ ਸੰਕੋਚ ਨਹੀਂ ਹੈ। ਜਿਹ ਕੁਤ ਗਿਆਨ ਨਾ, ਜਿਹ ਕੁਲ ਪੂਤ ਨਾ ਗਿਆਨ ਵਿਚਾਰੀ। ਜਿਸ ਮਾਂ ਦਾ ਪੁੱਤਰ ਜਾਂ ਧੀ ਜੋ ਇਸ ਦੇ ਪੇਟ ਦੇ ਵਿੱਚੋਂ ਜਨਮ ਲੈਂਦੇ ਨੇ, ਅਗਰਵਾਈਜ਼ ਜੇ ਉਹ ਪਰਮਾਤਮਾ ਦਾ ਗਿਆਨ ਨਹੀਂ ਰੱਖਦੇ, ਪਰਮਾਤਮਾ ਦਾ ਨਾਮ ਸਿਮਰਨ ਬੰਦਗੀ ਨਹੀਂ ਕਰ ਰਹੇ, ਤੇ ਭਗਤ ਕਬੀਰ ਜੀ ਕਹਿੰਦੇ ਹਨ, ਐਸੀ ਮਾਂ ਨੂੰ ਤੇ ਸੰਸਾਰ ਦੇ ਵਿੱਚ ਵਿਧਵਾ ਹੋ ਜਾਣਾ ਸੀ। ਕਿਉਂ ਜਨਮੀ ਐਸੀ ਔਲਾਦ? ਜਿਸ ਔਲਾਦ ਦੇ ਕਾਰਨ ਕਰਕੇ ਇਹ ਧਰਤੀ ਬੋਝ, ਧਰਤੀ ਤੇ ਬੋਝ ਬਣੇ ਹੋਏ ਨੇ। ਬੜਾ ਕੋਮਲ ਹਿਰਦਾ ਭਗਤ ਕਬੀਰ ਜੀਆਂ ਦਾ, ਬੜਾ ਸ਼ਾਂਤਮਈ ਹਿਰਦਾ ਕਬੀਰ ਸਾਹਿਬ ਜੀਆਂ ਦਾ, ਹਲੀਮੀ ਵਾਲਾ ਹਿਰਦਾ ਕਬੀਰ ਸਾਹਿਬ ਜੀਆਂ ਦਾ, ਪਰ ਸਖਤ ਸ਼ਬਦਾਂ ਦੇ ਵਿੱਚ ਭਗਤ ਕਬੀਰ ਜੀ ਤਾੜਨਾ ਕਰਦੇ ਨੇ। ਕਿਉਂਕਿ ਬੰਦੇ ਦੀ ਜ਼ਿੰਦਗੀ ਤਿੰਨ ਗੱਲਾਂ ਤੇ ਖੜੀ ਹੈ: ਮਾਂ ਬਾਪ, ਉਸ ਦੀ ਸੰਗਤ ਅਤੇ ਤਾਲੀਮ। ਤਾਲੀਮ ਕਹਿੰਦੇ ਨੇ ਵਿਦਿਆ ਨੂੰ। ਇਹ ਸਖਤ ਸ਼ਬਦਾਂ ਦੀ ਵਰਤੋਂ ਕਬੀਰ ਸਾਹਿਬ ਜੀ ਕਰਦੇ ਨੇ। ਹੋਰ ਤੇ ਹੋਰ ਅਗਾਹਾਂ ਜਾ ਕੇ ਹੋਰ ਵੀ ਬਚਨ ਉਚਾਰਨ ਕਰਦੇ ਨੇ। ਮਾਫ ਕਰਨਾ, ਕਿਉਂਕਿ ਗੁਰਬਾਣੀ ਦੇ ਜਿੰਨੇ ਅਰਥ ਬੋਧ ਨੇ,
ਉਹ ਇੰਨ ਬਿੰਨ ਕਰਨੇ ਪੈਂਦੇ ਨੇ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਹਨ, ਬੈਸਨੋ ਕੀ ਕੂਕਰ ਭਲੀ ਸਾਕਤ ਕੀ ਬੁਰੀ ਮਾਏ, ਉਹ ਨਿਤ ਸੁਣੈ ਹਰ ਨਾਮ ਜਸ, ਉਹ ਪਾਪ ਬਿਸਾਹਨ ਜਾਏ। ਆਪ ਜੀ ਅਖੰਡ ਪਾਠ ਸਾਹਿਬ ਦੇ ਭੋਗ ਵਾਲੇ ਦਿਨ ਕਬੀਰ ਸਾਹਿਬ ਦੇ ਸ਼ਲੋਕ ਸੁਣਦੇ ਹੋਵੋਗੇ। ਉਹਨਾਂ ਸ਼ਲੋਕਾਂ ਦੇ ਜਿਹੜੇ ਅਰਥ ਨੇ ਤੁੱਛ ਬੁੱਧੀ ਦੇ ਨਾਲ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ। ਕਬੀਰ ਬੈਸਨੋ ਕੀ ਕੂਕਰ ਭਲੀ ਸਾਕਤ ਕੀ ਬੁਰੀ ਮਾਏ। ਭਗਤ ਨੇ ਆਪਣੇ ਘਰ ਦੇ ਵਿੱਚ ਇੱਕ ਕੁੱਤੀ ਰੱਖੀ ਹੈ। ਬੈਸਨੋ ਕੀ ਕੂਕਰ ਭਲੀ, ਭਗਤ ਦੇ ਘਰ ਦੇ ਵਿੱਚ ਇੱਕ ਕੁੱਤੀ ਹੈ। ਸਾਕਤ ਕੀ ਬੁਰੀ ਮਾਏ, ਸਾਕਤ ਬੰਦੇ ਦੀ ਮਾਂ ਤੇ ਉਸ ਕੁੱਤੀ ਤੋਂ ਵੀ ਭੈੜੀ ਹੈ। ਸਾਕਤ ਕੀ ਕੂਕਰ ਭਲੀ, ਬੈਸਨੋ ਕੀ ਕੂਕਰ ਭਲੀ ਸਾਕਤ ਕੀ ਬੁਰੀ ਮਾਏ, ਉਹ ਨਿਤ ਸੁਣੈ ਹਰ ਨਾਮ ਜਸ, ਉਹ ਪਾਪ ਬਿਸਾਹਣ ਜਾਏ। ਭਗਤ ਦੇ ਰਸਨਾ ਤੋਂ ਤੇ ਉਹ ਕੁੱਤੀਆ ਨਾਮ ਸੁਣਦੀ ਹੈ, ਪਰ ਜਿਹੜੀ ਮਾਂ ਨੇ ਆਪਣੇ ਪੁੱਤਰ ਨੂੰ ਜਨਮ ਦਿੱਤਾ ਹੈ, ਇਹ ਨਿਤ ਹੀ ਪਾਪ ਕਰਮ ਕਰਦਾ ਹੈ, ਨਿਤ ਪਾਪ ਕਰਮ ਕਰਦਾ ਹੈ। ਬੜੇ ਸਖਤ ਸ਼ਬਦਾਂ ਦੇ ਵਿੱਚ ਕਬੀਰ ਸਾਹਿਬ ਜੀਆਂ ਨੇ ਲਿਖਿਆ ਹੈ, ਦੁਨੀਆਦਾਰੀ ਦੇ ਵਿੱਚ, ਸਮਾਜਿਕ ਨਿਯਮਾਂ ਦੇ ਵਿੱਚ ਬਾਪ ਨੂੰ ਦੁਨੀਆ ਬੜਾ ਗਹਿਰਾ ਲੈ ਰਹੀ ਹੈ। ਇੰਜ ਕਹੀਏ ਕਿ ਬਾਪ ਨੂੰ ਮੰਦਾ ਕਹਿ ਕੇ ਤੇ ਦੁਨੀਆ ਮਾਂ ਸ਼ਬਦ ਨੂੰ ਬੜਾ ਸ੍ਰੇਸ਼ਟ ਲੈ ਰਹੀ ਹੈ। ਮਾਂ ਸ਼ਬਦ ਬੜਾ ਸ੍ਰੇਸ਼ਟ ਹੈ, ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ। ਬਾਪ ਸ਼ਬਦ ਵੀ ਬੜਾ ਸ੍ਰੇਸ਼ਟ ਹੈ, ਕਿਉਂਕਿ ਮਾਂ ਇਸ ਵਾਸਤੇ ਬਹੁਤ ਸ੍ਰੇਸ਼ਟ ਹੈ। ਸੁਖਦੇਵ ਨੂੰ ਮਾਂ ਦੇ ਗਰਭ ਦੇ ਅੰਦਰ ਹੀ ਬ੍ਰਹਮ ਗਿਆਨ ਹੋ ਗਿਆ ਸੀ। ਮਾਂ ਦੇ ਗਰਭ ਦੇ ਅੰਦਰ ਅਭਿਮਨੂ ਨੂੰ ਵੀ ਬੜਾ ਵੱਡਾ ਗਿਆਨ ਮਾਂ ਦੇ ਗਰਭ ਦੇ ਅੰਦਰ ਮਿਲ ਗਿਆ ਸੀ। ਸ੍ਰੇਸ਼ਟ ਸ਼ਬਦ ਹੈ ਮਾਂ, ਕਿਉਂਕਿ ਅਗਰਵਾਈ ਜੇ ਮਾਂ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਭਗਤਾਂ ਦੇ ਧਾਰਮਿਕ ਗ੍ਰੰਥ ਲਿਖੇ ਹੋਏ ਪੜ੍ਹ ਰਹੀ ਹੈ, ਤਾਂ ਜਿਵੇਂ ਜਿਵੇਂ ਭਗਤਾਂ ਦੇ ਧਾਰਮਿਕ ਲਿਖੇ ਹੋਏ ਗ੍ਰੰਥ, ਉਹਨਾਂ ਦੀਆਂ ਕਥਾ ਕਹਾਣੀਆਂ ਮਾਂ ਪੜ੍ਹਦੀ ਹੈ, ਤਾਂ ਸਮਝ ਲੈਣਾ ਕਿ ਇਸ ਦੇ ਪੇਟ ਦੇ ਵਿੱਚੋਂ ਭਗਤ ਜਨਮ ਲਵੇਗਾ। ਕੋਈ ਮਾਂ ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਤਮਾਮ ਜਿਹੜੇ ਸਮਾਜ ਦੇ ਵਿੱਚ ਦਾਨੀ ਪੁਰਖ ਹੋਏ ਨੇ, ਵੱਡੇ ਤੋਂ ਵੱਡੇ ਮਹਾਦਾਨੀ, ਉਹਨਾਂ ਦਾਨੀਆਂ ਦੀਆਂ ਕਥਾਵਾਂ ਪੜ੍ਹ ਰਹੀ ਹੈ ਜਾਂ ਉਹਨਾਂ ਦੇ ਧਾਰਮਿਕ ਗ੍ਰੰਥਾਂ ਦੀ ਕਥਾ ਸੁਣ ਰਹੀ ਹੈ, ਤਾਂ ਸਮਝ ਲੈਣਾ ਕਿ ਇਸ ਮਾਂ ਦੀ ਕੁੱਖ ਦੇ ਵਿੱਚੋਂ ਬਹੁਤ ਵੱਡਾ ਦਾਨੀ ਜਨਮ ਲਵੇਗਾ। ਬੱਚੇ ਨੂੰ ਜਨਮ ਦੇਣ ਤੋਂ ਪਹਿਲਾਂ ਅਗਰ ਬਾਈ ਜੇ ਉਸ ਦੀ ਮਾਂ
ਸੂਰਮਿਆਂ ਦੀਆਂ ਗਥਾਵਾਂ ਪੜ੍ਹ ਰਹੀ ਹੈ, ਸੂਰਮਿਆਂ ਦੀਆਂ ਗਥਾਵਾਂ ਸੁਣ ਰਹੀ ਹੈ, ਤਾਂ ਸਮਝ ਲੈਣਾ ਕਿ ਇਸ ਦੇ ਪੇਟ ਦੇ ਵਿੱਚੋਂ ਇੱਕ ਸੂਰਮਾ ਪੁੱਤਰ ਜਨਮ ਲਵੇਗਾ। ਭਗਤ, ਦਾਨੀ, ਸੂਰਮਾ। ਪਰ ਉਸ ਦੇ ਜਨਮ ਤੋਂ ਪਹਿਲਾਂ ਇਹ ਸਭ ਦੀਆਂ ਸਭ ਚੀਜ਼ਾਂ ਜਿਹੜੀਆਂ ਨੇ ਮਾਂ ਨੂੰ ਕਰਨੀਆਂ ਪੈਂਦੀਆਂ ਨੇ। ਦਾਨੀਆਂ ਦੀਆਂ ਗਥਾਵਾਂ, ਭਗਤਾਂ ਦੀਆਂ ਗਥਾਵਾਂ, ਸੂਰਮਿਆਂ ਦੀਆਂ ਗਥਾਵਾਂ ਉਹਨੂੰ ਪੜ੍ਹਨੀਆਂ ਪੈਂਦੀਆਂ ਨੇ, ਉਹਨੂੰ ਸੁਣਨੀਆਂ ਪੈਂਦੀਆਂ ਨੇ, ਤਾਂ ਕਿ ਸ੍ਰੇਸ਼ਟ ਪੁੱਤਰ ਜਿਹੜਾ ਹੈ ਉਹ ਜਨਮ ਲਵੇ। ਗੁਰਬਾਣੀ ਦੇ ਇਸ਼ਾਰੇ ਦੇ ਮੁਤਾਬਕ ਤੇ ਇੱਕ ਬੱਚੀ ਨੇ ਜਦ ਵੀ ਹੋਸ਼ ਸੰਭਾਲੀ ਹੈ ਤੇ ਉਹ ਆਪਣੇ ਮਾਂ ਬਾਪ ਦੇ ਘਰ ਨੂੰ ਬੜਾ ਸਵਾਰ ਦਿੰਦੀ ਹੈ। ਬੜਾ ਸਵਾਰਦੀ ਹੈ। ਔਰ ਜਦ ਵਿਆਹੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਿਹੜਾ ਅਗਾਹਾਂ ਵਾਲਾ ਘਰ ਹੈ ਉਸ ਨੂੰ ਵੀ ਬੜਾ ਸਵਾਰਦੀ ਹੈ। ਉਸ ਦੇ ਵੀ ਬੜੀਆਂ ਸਜਾਵਟਾਂ ਲੱਗਦੀਆਂ ਨੇ, ਸਵਾਰਿਆ ਜਾਂਦਾ ਹੈ। ਮਨੁੱਖ ਵੀ ਇਹੀ ਕਰਮ ਕਰਦਾ ਹੈ। ਜਦੋਂ ਹੋਸ਼ ਸੰਭਾਲਦਾ ਹੈ ਨਾ, ਤੇ ਪਹਿਲੇ ਤੇ ਆਪਣੇ ਘਰ ਦੀ ਜਿਹੜੀ ਹੈ ਉਸ ਦੀ ਸਾਂਭ ਸੰਭਾਲ ਕਰਦਾ ਹੈ ਬੜੇ ਸੁਚੱਜੇ ਢੰਗ ਦੇ ਨਾਲ। ਬੜੇ ਸੁਚੱਜੇ ਢੰਗ ਦੇ ਨਾਲ ਇਹਨੇ ਵੱਡੇ ਵੱਡੇ ਟਿੱਬਿਆਂ ਨੂੰ ਸਾਫ਼ ਕਰਕੇ ਉਹਦੇ ਵਿੱਚ ਉਪਜਾਊ ਜ਼ਮੀਨ ਪੈਦਾ ਕੀਤੀ ਹੈ, ਅੰਨ ਪੈਦਾ ਹੋ ਰਿਹਾ ਹੈ। ਵੱਡੇ ਵੱਡੇ ਦਰਿਆਵਾਂ ਦੇ ਪਾਣੀ ਨੂੰ, ਦਰਿਆਵਾਂ ਦੇ ਵਹਿਣਾਂ ਨੂੰ ਰੋਕ ਰੋਕ ਕੇ ਉਹਨੂੰ ਪਾਣੀ ਨੂੰ ਵਰਤੋਂ ਦੇ ਵਿੱਚ ਲੈ ਆਉਂਦਾ ਹੈ। ਅੱਜ ਉਸ ਦੇ ਨਾਲ ਫਸਲ ਪੈਦਾ ਕੀਤੀ ਜਾਂਦੀ ਹੈ। ਜਿਤਨੇ ਬਨਸਪਤੀ ਹੈ, ਇਹ ਸਾਰੀ ਦੀ ਸਾਰੀ ਬਨਸਪਤੀ ਨੂੰ ਮਨੁੱਖ ਨੇ ਆਪਣੇ ਕੰਟਰੋਲ ਦੇ ਵਿੱਚ ਕਰ ਲਿਆ। ਅਨੇਕਾਂ ਤਰ੍ਹਾਂ ਦੇ ਫੁੱਲ ਸਮਾਜ ਦੇ ਵਿੱਚ ਮਨੁੱਖ ਨੇ ਪੈਦਾ ਕਰ ਦਿੱਤੇ ਨੇ। ਅਨੇਕਾਂ ਤਰ੍ਹਾਂ ਦੀ ਸਜਾਵਟ ਇਸ ਧਰਤੀ ਤੇ ਮਨੁੱਖ ਨੇ ਪੈਦਾ ਕਰ ਦਿੱਤੀ ਹੈ। ਅਨੇਕਾਂ ਨਸਲਾਂ ਦੇ ਬੜੇ ਵਧੀਆ ਤੋਂ ਵਧੀਆ ਪਸ਼ੂ ਇਸ ਨੇ ਪੈਦਾ ਕਰ ਲਏ ਨੇ। ਉਹਨਾਂ ਦੀਆਂ ਨਸਲਾਂ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਸਿਜਤਾ ਹੈ, ਸਵਾਰ ਦਿੱਤਾ ਹੈ। ਪਸ਼ੂਆਂ ਦੀਆਂ ਨਸਲਾਂ ਸਵਾਰੀਆਂ, ਬਨਸਪਤੀ ਨੂੰ ਸਾਰੀ ਨੂੰ ਸਵਾਰਿਆ। ਚੌਪਾਏ ਜਾਨਵਰ ਸਾਰੇ ਦੇ ਸਾਰੇ ਇਹਨੇ ਆਪਣੇ ਕੰਟਰੋਲ ਦੇ ਵਿੱਚ ਕੀਤੇ। ਧਰਤੀ ਤੇ ਬੜੇ ਤਰ੍ਹਾਂ ਦੀ ਸਜਾਵਟ ਇਸਨੇ ਕੀਤੀ। ਕਰੋੜਾਂ ਤਰ੍ਹਾਂ ਦੇ ਪਦਾਰਥ ਮਨੁੱਖ ਨੇ ਸਮਾਜ ਦੇ ਵਿੱਚ ਪੈਦਾ ਕਰ ਲਏ। ਆਪਣੇ ਘਰ ਮਕਾਨ ਬੜੇ ਉੱਚੇ ਤੇ ਸੁੱਚੇ ਬਣਾ ਲਏ ਨੇ। ਹਾਰ ਸ਼ਿੰਗਾਰ ਲਾਏ ਨੇ ਘਰਾਂ ਨੂੰ, ਮਕਾਨਾਂ ਨੂੰ। ਬਹੁਤ ਐਸੇ ਘੱਟ ਮਨੁੱਖ ਮਿਲਣਗੇ ਜਿਨ੍ਹਾਂ ਨੇ ਆਪਣੀ ਕੁਲ ਨੂੰ ਸਵਾਰਨ ਦਾ ਯਤਨ ਕੀਤਾ ਹੋਵੇ। ਬਹੁਤ ਘੱਟ ਮਾਵਾਂ ਐਸੀਆਂ ਮਿਲਣਗੀਆਂ ਜਿਨ੍ਹਾਂ ਨੇ ਆਪਣੀ ਕੁੱਖ ਨੂੰ ਸਵਾਰਨ ਦਾ ਯਤਨ ਕੀਤਾ ਹੋਵੇ। ਮਾਫ਼ ਕਰਨਾ, ਬਹੁਤ ਘੱਟ ਪੁਰਖ ਐਸੇ ਮਿਲਣਗੇ ਜਿਨ੍ਹਾਂ ਨੇ ਆਪਣੀ ਆਉਣ ਵਾਲੀ ਕੁਲ ਨੂੰ ਸਵਾਰਨ ਦੇ ਯਤਨ ਕੀਤੇ ਹੋਣ ਕਿ ਜਿਹੜਾ ਮੇਰੇ ਘਰ ਵਿੱਚ ਪੁੱਤਰ ਪੈਦਾ ਹੋਵੇ
ਉਹ ਦਾਨੀ ਭਗਤ ਜਾਂ ਸੂਰਮਾ ਪੈਦਾ ਹੋਵੇ। ਵਰਨਾ ਜੇ ਮੇਰੇ ਘਰ ਵਿੱਚ ਔਲਾਦ ਪੈਦਾ ਨਹੀਂ ਹੁੰਦੀ ਤੇ ਨਾ ਹੋਵੇ। ਐਸੇ ਮਨੁੱਖ ਸਾਰੇ ਕਾਸੇ ਨੂੰ ਸਿੱਝ ਲਿਆ, ਸਵਾਰ ਲਿਆ, ਪਰ ਆਪਣੀ ਕੁਲ ਨੂੰ ਸਵਾਰਨ ਦੇ ਇਸਨੇ ਯਤਨ ਨਹੀਂ ਕੀਤੇ। ਇੱਕ ਮਾਂ ਨੇ ਬੜਾ ਕੁਝ ਸਮਾਜ ਦੇ ਵਿੱਚ ਪੈਦਾ ਕੀਤਾ ਹੈ, ਇੱਕ ਮਾਂ ਨੇ ਬੜਾ ਕੁਝ ਸਵਾਰਿਆ ਹੈ, ਬੜੇ ਘਰ ਸਵਾਰੇ ਨੇ, ਪਰ ਆਪਣੇ ਕੁੱਖ ਨੂੰ ਸਵਾਰਨ ਦੇ ਯਤਨ ਨਹੀਂ ਕੀਤੇ। ਮਾਫ਼ ਕਰਨਾ, ਵਰਨਾ ਜੋ ਕਿਉਂਕਿ ਗੁਰਬਾਣੀ ਨੇ ਸ਼ਬਦ ਜਿਹੜੇ ਵਰਤੇ ਨੇ ਉਹਨਾਂ ਦੇ ਆਧਾਰ 'ਤੇ ਗੱਲ ਕਹੀ ਜਾ ਸਕਦੀ ਹੈ, ਅਤੇ ਜੋ ਗੁਰਬਾਣੀ ਦਾ ਸ਼ਬਦ ਹੈ ਉਹਨੂੰ ਆਧਾਰ ਬਣਾ ਕੇ ਕਿਹਾ ਜਾ ਸਕਦਾ ਹੈ। ਜੇ ਗੁਰਬਾਣੀ ਇਹ ਗੱਲ ਨਾ ਕਹਿੰਦੀ ਤੇ ਕਿਸੇ ਵੀ ਮਨੁੱਖ ਦੀ ਹਿੰਮਤ ਨਹੀਂ ਸੀ ਕਿ ਇਹ ਸ਼ਬਦ ਕਿਸੇ ਮਾਂ ਦੀ ਪ੍ਰਤੀ ਬੋਲ ਦਿੰਦਾ, ਕਿਉਂਕਿ ਸਾਰੇ ਦੇ ਸਾਰੇ ਪੁੱਤਰਾਂ ਨੂੰ ਜਨਮ ਜਿਹੜੀ ਦੇਣ ਵਾਲੀ ਹੈ ਉਹ ਇੱਕ ਮਾਂ, ਉਹ ਇੱਕ ਮਾਂ ਹੈ। ਤਾਂ ਕੋਈ ਵੀ ਮਨੁੱਖ ਇਹੋ ਜਿਹੇ ਸ਼ਬਦ ਨਹੀਂ ਵਰਤ ਸਕਦਾ ਸੀ ਅਗਰਵਾਈਜ਼ ਜੇ ਕਿਤੇ ਇਹ ਸ਼ਬਦ ਗੁਰਬਾਣੀ ਦੇ ਵਿੱਚ ਦਰਜ ਨਾ ਹੁੰਦੇ। ਤੇ ਜੇ ਗੁਰਬਾਣੀ ਦੇ ਵਿੱਚ ਦਰਜ ਹੈ ਤਾਂ ਫਿਰ ਇਹ ਸ਼ਬਦ ਬੋਲੇ ਜਾ ਸਕਦੇ ਨੇ। ਤੋ ਸਾਰਾ ਕੁਝ ਸਵਾਰ ਲਿਆ, ਸਾਰਾ ਕੁਝ ਬੜੇ ਸੁਚੱਜੇ ਢੰਗ ਦੇ ਨਾਲ ਸਵਾਰਿਆ, ਪਰ ਆਪਣੀ ਕੁੱਖ ਸਵਾਰਨ ਦੇ ਯਤਨ ਨਹੀਂ ਕੀਤੇ। ਤੋ ਜੇ ਕਿਸੇ ਨੇ ਯਤਨ ਨਹੀਂ ਕੀਤੇ, ਭਗਤ, ਦਾਨੀ ਅਤੇ ਸੂਰਮੇ ਪੁੱਤਰ ਅੱਜ ਕਿਸੇ ਦੇ ਘਰੇ ਜਨਮ ਨਹੀਂ ਲੈ ਰਹੇ। ਵੈਸਨੋਂ ਕੀ ਕੂਕਰ ਪਲੀ, ਸਾਕਤ ਕੀ ਬੁਰੀ ਮਾਏ। ਸਾਕਤ ਜਿਹੜਾ ਸਾਕਤ ਸ਼ਬਦ ਹੈ, ਸਾਕਤ ਸ਼ਬਦ ਸਾਕਤ ਕੀ ਬੁਰੀ ਮਾਏ, ਜਿਹੜੇ ਮਨੁੱਖ ਸਮਾਜ ਦੇ ਵਿੱਚ ਹਮੇਸ਼ਾ ਹੀ ਬੁਰੇ ਕਰਮ ਕਰਦੇ ਰਹਿੰਦੇ ਨੇ ਉਹਨਾਂ ਨੂੰ ਸਾਕਤ ਕਹਿੰਦੇ ਨੇ। ਹਮੇਸ਼ਾ ਬੁਰੇ ਕਰਮ, ਕੋਈ ਚੰਗਾ ਕਰਮ ਇਸ ਤੋਂ ਅੱਜ ਤੱਕ ਜੀਵਨ ਕਾਲ ਦੇ ਅੰਦਰ ਇਸਨੇ ਨਹੀਂ ਕੀਤਾ। ਤੇ ਗੁਰੂ ਸਾਹਿਬ ਜੀ ਮਹਾਰਾਜ ਨੇ ਤੇ ਹੋਰ ਵੀ ਕਿਹਾ, ਸਾਕਤ ਤੇ ਸੂਕਰ ਭਲਾ, ਜੋ ਰਾਖੈ ਆਛੈ ਗਾਓ, ਉਹ ਸਾਕਤ ਬਪਰਾ ਮਰ ਗਿਆ, ਕੋਈ ਨਾ ਲਹੈ ਨਾਓ। ਮਾਫ਼ ਕਰਨਾ, ਇਹ ਸ਼ਬਦ ਜਿੰਨੇ ਗੁਰਬਾਣੀ ਦੇ ਸਾਹਮਣੇ ਆਈ ਜਾਣਗੇ ਮੈਂ ਤੁਹਾਡੇ ਸਾਹਮਣੇ ਰੱਖੀ ਜਾਵਾਂਗਾ। ਸਾਕਤ ਤੇ ਸੂਕਰ ਭਲਾ, ਸਾਕਤ ਬੰਦੇ ਤੋਂ ਤੇ ਸਤਿਗੁਰੂ ਮਹਾਰਾਜ ਜੀਆਂ ਦੀ ਗੁਰਬਾਣੀ ਕਹਿੰਦੇ ਹੈ ਸੂਕਰ ਭਾਵ ਸੂਰ ਵੀ ਭਲਾ ਹੈ, ਕਿਉਂਕਿ ਸਾਕਤ ਬੰਦਾ ਜਿੱਥੇ ਵੀ ਜਾਂਦਾ ਹੈ ਉਹ ਹਮੇਸ਼ਾ ਧਰਤੀ ਤੇ ਗੰਦ ਪਾਉਂਦਾ ਰਹਿੰਦਾ ਹੈ, ਤੇ ਸੂਰ ਜਿੱਥੇ ਵੀ ਜਾਂਦਾ ਧਰਤੀ ਦੀ ਗੰਦਗੀ ਸਵਾਰ ਕੇ ਆਪਣੇ ਪੇਟ ਵਿੱਚ ਲੈ ਜਾਂਦਾ ਹੈ। ਤੋ ਜੇ ਸਾਕਤ ਬੰਦੇ ਨੂੰ ਜਨਮ ਦਿੱਤਾ ਤੇ ਥਾਂ ਥਾਂ ਤੇ ਉਹ ਸਾਕਤ ਬੰਦਾ ਧਰਤੀ ਤੇ ਗੰਦ ਪਾਉਂਦਾ ਰਹਿੰਦਾ ਹੈ। ਤਾਂ ਹੀ ਤੇ ਗੁਰਬਾਣੀ ਨੇ ਤਾੜਨਾ ਕੀਤੀ ਹੈ ਇੱਕ ਮਾਂ ਨੂੰ, ਅਗਰਵਾਈਜ਼ ਜੇ ਜਨਮ ਦੇਣਾ ਭਗਤ, ਦਾਨੀ ਜਾਂ ਸੂਰਮੇ ਪੁੱਤਰ ਨੂੰ ਜਨਮ ਦੇ, ਵਰਨਾ ਪੁੱਤਰ ਨੂੰ ਜਨਮ ਨਾ ਦੇ। ਕਵੀ ਤੁਲਸੀ ਜੀਆਂ ਨੇ ਵੀ ਬੜੇ ਸ਼ਬਦ ਵਰਤੇ ਨੇ, ਕਿਉਂਕਿ ਭਾਰਤ ਦੇ ਜਿੰਨੇ ਫਕੀਰ, ਕਵੀ, ਪੈਗੰਬਰ ਹੋਏ ਨੇ ਸਭ ਨੇ ਸ਼ਬਦ ਜਿਹੜੇ ਨੇ ਉਹ ਵਰਤੇ ਨੇ। ਹੋਰ ਕਿਸੇ ਧਾਰਮਿਕ ਗ੍ਰੰਥ ਦੀ ਗੱਲ ਭਾਵੇਂ ਮਨੁੱਖ ਨਾ ਕਰੇ, ਪਰ ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਿੱਚ ਦਰਜ ਹੈ ਉਹ ਤੇ ਕਰਨਾ ਪਵੇਗਾ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਸਾਕਤ ਤੇ ਸੂਕਰ ਭਲਾ, ਜੋ ਰਾਖੈ ਆਛੈ ਗਾਓ, ਉਹ ਸਾਕਤ ਬਪਰਾ ਮਰ ਗਿਆ, ਕੋਹੇ ਨਾ ਲੈ ਨਾਓ। ਉਹ ਤੋਂ ਤੇ ਸੂਰ ਵੀ ਭਲਾ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ
कि जिन्हां ने भगत दानी जां सूरमे पुत्र नूं जन्म नहीं दिता, ऐसे पुत्रां दे नालों ते सूर भी भले ने समाज विच। माफ़ करना, मैं बारी बारी माफ़ी शब्द इस करके वरत रहा ताकि कोई गिला शिकवा ना करे। नाल दी नाल गुरबाणी दीयां पंक्तियां मैं तुहाडे सामने रख रहा। माँ और बाप सब तो पहली मनुख की विद्या है। माँ जन्म देण तो पहला ही अपने पुत्र नूं, अपने धी नूं बहुत कुछ अपने पेट दे विच ही दे दिंदी है। पर जे माँ भी फिल्मी मैगजीन पढ़ती है, माँ भी फिल्मी मैगजीन देखती है निरंतर लगातार, तो जिहो जे कर्म माँ करती है, माँ के संस्कारां तो बच्चे का मन बनता है। तो माफ़ करना, अगर भाई जे माँ ये सारा कुछ कर रही है तो बच्चा इस तो 4 गुना वध ये कर्म करेगा, 4 गुना वध कर्म करेगा। अगर भाई जे माँ गुरबाणी पढ़ रही है निरंतर लगातार, रतन राय दी माँ सुखमनी साहिब का पाठ करती सी। वड्डा होया अपने मस्तक दे विच निशान देखिया ते माँ दे कोल चलिया गया, माँ मेरे मस्तक दे विच निशान किहड़ी चीज़ दा है? माँ कहन लगी, पुत्रा साडे घर दे विच औलाद पैदा नहीं होंदी सी, सुखमनी साहिब दा पाठ कर रही है। तेरे पिता दे मस्तक दे विच निशानी गुरु तेग बहादुर साहिब जी महाराज जियां ने नगीना लाया सी, नाल वचन कीते सी, लै चतुरतंजलि राजे तेरे घर विच पुत्र पैदा होऊगा ते ओ पुत्र दे मस्तक दे विच भी ये निशान लग्या होऊगा। ये तेरे पुत्रा वो निशान है जिहड़ा गुरु नानक दी 9वीं गद्दी ने तेरे बाप दे मस्तक दे विच लाया सी। जो बाप दे मस्तक दे विच निशान लग्या सी, अज पुत्र दे मस्तक दे विच भी लग्या होया है। ते माँ निरंतर हुक्म कीता सी गुरु तेग बहादुर साहिब महाराज ने कि सुखमनी साहिब का पाठ नहीं छड्डना। माँ सुखमनी साहिब का पाठ करदियां करदियां बच्चे ने जन्म लैता, बच्चा वड्डा होया। अज माँ नूं पुछदा ते माँ कहन लगी, उन्हां दी गद्दी दे वारस उन्हां दे सपुत्र आनंदपुर साहिब रहिंदे ने। माँ जिन्ने मेरे राज भाग तख्त ताज दे काम ने, ऐ सारे दे सारे बंद कर दिओ। मैं तुच्छ भेटा लैनी है ते मैं गुरु गोबिंद सिंह महाराज जियां दे दर्शन करन वास्ते जाना है, जिन्हां ने तुहानूं एडी वड्डी दात दित्ती। अगर भाई जे सुखमनी साहिब का पाठ माँ नित करदी है बच्चे दे जन्म तो पहलां ते जन्म तो बाद, तो बच्चे आप खुद ये गल कहणगे कि असीं अकाल पुरख महाराजियां दी गुरबाणी नूं पढ़ना है। ते कित्थे माँ बाप, रिश्तेदार, साग संबंधी सारे दे सारे इकट्ठे होके बच्चों नूं समझाउंदे ने, पर माफ़ करना, माँ बाप नूं, सारे रिश्तेदारां नूं, सारे साग संबंधियां नूं बच्चे ठोकर मार के कुराहे वाले रस्ते वल जा रहे हैं। मनुख दी अक्सर ये हिम्मत करके कह दिंदा कि बच्चे मेरे ने, बड़ियां औखां दे नाल पाले, अज बच्चे आखे नहीं लग रहे। तो आखे नहीं लग रहे तो उहदे पिछां कारण की है? ये तो फिर साहिब श्री गुरु रामदास साहिब जी महाराज दसणगे, भगत कबीर जी दसणगे, साहिब श्री गुरु ग्रंथ साहिब जी महाराज जियां दी गुरबाणी दसेगी। क्योंकि ये दुविधा माँ और बाप दे दोनों दे अंदर पैदा हो जाती है कि बच्चे ऐसे क्यों ने। ते ये दुविधा दुनिया दे कोई कोने दे विच कोई बंदा नहीं कढ़ सकता सिवाय श्री गुरु ग्रंथ साहिब जी महाराज जियां दी पवित्र गुरबाणी तो बिना कोई नहीं कढ़ सकता। ते जदों गुरु ग्रंथ साहिब जी महाराज जियां दी गुरबाणी कोई मनुख पढ़ता है,
ਹਰੇਕ ਪ੍ਰਕਾਰ ਦੀ ਦੁਬਿਧਾ ਗੁਰਬਾਣੀ ਉਸ ਦੇ ਅੰਦਰੋਂ ਕੱਢ ਦਿੰਦੀ ਹੈ, ਹਰੇਕ ਪ੍ਰਕਾਰ ਦੀ। ਜ਼ਿਆਦਾਤਰ ਸਮਾਜ ਦੇ ਵਿੱਚ ਅਕਸਰ ਦੁਬਿਧਾ ਦੇ ਵਿੱਚ ਜ਼ਿੰਦਗੀਆਂ ਬੜੀਆਂ ਨਿਕਲ ਰਹੀਆਂ ਨੇ, ਤਾਂ ਗੁਰਬਾਣੀ ਸਾਨੂੰ ਉਸ ਦੁਬਿਧਾ ਦੇ ਵਿੱਚੋਂ ਕੱਢਦੀ ਹੈ। ਮਾਂ ਭਾਵੇਂ ਮਮਤਾ ਦੀ ਮੂਰਤ ਹੈ, ਪਰ ਫਿਰ ਵੀ ਗੁਰੂ ਸਾਹਿਬ ਜੀ ਮਹਾਰਾਜ ਜੀਆਂ ਨੇ ਜੋ ਗੁਰਬਾਣੀ ਦੇ ਵਿੱਚ ਲਿਖਿਆ ਇਹ ਨਿਬਿਨ ਸੱਚ ਲਿਖਿਆ ਹੈ। ਤੋ ਮਨੁੱਖ ਤਿੰਨ ਦੇ ਆਧਾਰ ਤੇ ਹੀ ਆਪਣੀ ਜ਼ਿੰਦਗੀ ਜਿਉਂਦਾ ਹੈ। ਇੱਕ ਤੇ ਮਾਂ ਬਾਪ ਦੇ, ਸਭ ਤੋਂ ਪਹਿਲਾਂ ਮਾਂ ਔਰ ਬਾਪ ਦੋਨਾਂ ਦਾ ਨਾਮ ਆਉਂਦਾ ਹੈ। ਦੂਸਰਾ ਉਸ ਦੇ ਸੰਗਤ, ਤੇ ਤੀਸਰਾ ਤਲੀਮ। ਤਲੀਮ ਕਹਿੰਦੇ ਨੇ ਵਿਦਿਆ ਨੂੰ, ਉਹਦੇ ਕੋਲ ਜਿਹੋ ਜੀ ਵਿਦਿਆ ਹੈ, ਵਿਦਿਆ ਦੇ ਆਧਾਰ ਤੇ। ਤੋ ਜਿਹੋ ਜੀ ਮਾਂ ਔਰ ਬਾਪ ਨੇ ਬਾਕੀ ਸਾਰਾ ਕੁਝ ਸਵਾਰਨ ਦੇ ਯਤਨ ਕੀਤੇ, ਘਰ ਮਕਾਨ ਸਵਾਰਿਆ, ਬੜਾ ਕੁਛ ਪੈਦਾ ਕੀਤਾ, ਬੜਾ ਕੁਛ ਪੈਦਾ ਕੀਤਾ, ਬੜਾ ਕੁਝ ਸਿੱਝ ਲਿਆ, ਸਵਾਰ ਲਿਆ, ਪਰ ਕੋਈ ਮਾਂ ਵਿਰਲੀ ਹੋਊ ਜਿਹਨੇ ਆਪਣੀ ਕੁੱਖ ਨੂੰ ਸਵਾਰਨ ਦੇ ਯਤਨ ਕੀਤੇ ਹੋਣਗੇ। ਘਰ ਮਕਾਨ ਤੇ ਸਾਰੀਆਂ ਮਾਵਾਂ ਸਵਾਰ ਲੈਂਦੀਆਂ ਨੇ, ਮਾਫ ਕਰਨਾ। ਬਾਪ ਵੀ ਸਾਰਾ ਕੁਝ ਸਵਾਰ ਲੈਂਦੇ ਨੇ, ਬੜਾ ਧਨ ਪੈਦਾ ਕਰ ਦਿੰਦੇ ਨੇ, ਬੜੇ ਪਦਾਰਥ ਪੈਦਾ ਕਰ ਦਿੰਦੇ ਨੇ, ਪਰ ਜਿੱਥੇ ਬੱਚੇ ਪੈਦਾ ਕਰਨ ਦੀ ਗੱਲ ਹੁੰਦੀ ਹੈ ਉੱਥੇ ਕੁਝ ਵੀ ਸਵਾਰਨ ਦੇ, ਆਪਣੀ ਕੁਲ ਨੂੰ ਸਵਾਰਨ ਦੇ ਯਤਨ ਨਹੀਂ ਕਰਦੇ। ਮਾਫ ਕਰਨਾ, ਗੁਰਬਾਣੀ ਦੇ ਜਿੰਨੇ ਭਾਵੇਂ ਸ਼ਬਦ ਸ਼ਕਤ ਨੇ, ਪਰ ਮੈਂ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨਗੇ। ਮਾਂ ਔਰ ਬਾਪ, ਦੂਸਰਾ ਸੰਗਤ, ਤੀਸਰਾ ਤਲੀਮ, ਇਹਨਾਂ ਤੇ ਜਿਹੜਾ ਹੈ ਬੰਦੇ ਦੀ ਜ਼ਿੰਦਗੀ ਨਿਰਭਰ ਰਹਿੰਦੀ ਹੈ। ਮਾਂ ਔਰ ਬਾਪ ਦੇ ਗੁਰਬਾਣੀ ਦੇ ਆਧਾਰ ਦੇ ਸ਼ਬਦ ਜਿਹੜੇ ਮੈਂ ਤੁਹਾਡੇ ਸੰਗਤਾਂ ਦੇ ਸਾਹਮਣੇ ਰੱਖੇ ਨੇ, ਔਰ ਜਿਹੜਾ ਅਗਾਹਾਂ ਵਾਲਾ ਹੈ ਕਿ ਬੰਦੇ ਦੀ ਸੰਗਤ, ਬੰਦੇ ਦੀ ਤਲੀਮ, ਇਹ ਕਦੇ ਗੁਰੂ ਸਾਹਿਬ ਜੀ ਮਹਾਰਾਜ ਨੇ ਫਿਰ ਕਿਰਪਾ ਕੀਤੀ, ਫਿਰ ਕਦੇ ਗੱਲ ਚੱਲੀ ਤੇ ਇਹਨਾਂ ਦੇ ਆਪਾਂ ਅਰਥ ਬੋਧ ਗੁਰਬਾਣੀ ਦੇ ਅਨੁਸਾਰ ਹੀ ਕਰ ਲਵਾਂਗੇ। ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ। ਆਪਣਾ ਇੱਥੇ ਸਮਾਪਤੀ ਦਾ ਸਮਾਂ ਹੋ ਗਿਆ। ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੇ ਸੰਗਤ ਬੁਲਾਇਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।